जी आयन हूँ प्यारे विद्यार्थियों। सीनियर ਸੈਕੰਡਰੀ ਸਕੂਲ अर्थात 11ਵੀਂ ਅਤੇ 12ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 2 ਡਿਟਰਮੀਨਰਸ ਉਸ ਦੀਆਂ ਅਗਲੀਆਂ ਤਿੰਨ ਐਕਸਰਸਾਈਜ਼ਸ 16th 17th ਐਂਡ 18th ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ, ਆਨਸਰਸ ਨੂੰ ਕਾਪੀ ਡਾਊਨ ਕਰ ਲਓ ਤੇ ਜਿਹੜੀ ਐਕਸਪਲੇਨੇਸ਼ਨ ਦੱਸੀ ਜਾਏਗੀ ਉਹਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਬਾਅਦ ਵਿੱਚੋਂ ਇਹਨਾਂ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। Exercise 16, fill in the blanks with an appropriate determiner or leave space blank if no determiner is needed। ਅਰਥਾਤ ਖਾਲੀ ਸਥਾਨ ਵਿੱਚ ਢੁਕਵਾਂ ਡਿਟਰਮੀਨਰ ਭਰੋ ਅਤੇ ਜੇ ਡਿਟਰਮੀਨਰ ਦੀ ਲੋੜ ਨਹੀਂ ਹੈ ਤੇ ਖਾਲੀ ਸਥਾਨ ਨੂੰ ਉਸ ਤਰ੍ਹਾਂ ਹੀ ਛੱਡ ਦਿਓ। ਬਹੁਤ ਸਾਰੇ ਸੈਂਟੈਂਸਿਸ ਐਸੇ ਹੋਣਗੇ ਖਾਲੀ ਸਥਾਨ ਜਿੱਥੇ ਇੱਕ ਤੋਂ ਵੱਧ ਜਵਾਬ ਮੁਮਕਿਨ ਨੇ। ਸੋ ਮੈਂ ਸਾਰਿਆਂ ਨੂੰ ਭਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਿੰਨੇ ਜਵਾਬ ਮੁਮਕਿਨ ਹੋ ਸਕਦੇ ਨੇ ਸਾਰੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਤੁਹਾਨੂੰ ਸਿਧਾਂਤ ਕਨਸੈਪਟ ਕਲੀਅਰ ਹੋ ਜਾਏ ਤੇ ਰੱਟੇ ਲਗਾਉਣ ਦੀ ਲੋੜ ਨਾ ਪਵੇ ਤੇ ਗੱਲ ਚੰਗੀ ਤਰ੍ਹਾਂ ਸਮਝ ਆ ਜਾਏ। ਹੀ ਇਜ਼ ਐਨ ਇੰਡੀਅਨ ਮੁਸਲਿਮ। ਹੁਣ ਮੁਸਲਿਮ ਨਾਊਨ ਹੈਗਾ, ਇੱਕ ਵਚਨ ਹੈਗਾ, ਸੋ ਇਹਦੇ ਮੂਹਰੇ ਏ ਆਏਗਾ ਜਾਂ ਐਨ ਆਏਗਾ। ਠੀਕ ਹੈ। ਹੁਣ ਮੁਸਲਿਮ ਦਾ ਜੋ ਨਾਊਨ ਹੈਗਾ ਤੇ ਇਹਦਾ ਐਡਜੈਕਟਿਵ ਕੀ ਹੈਗਾ ਇੰਡੀਅਨ। ਤੇ ਇਹ ਦੇਖਣ ਲਈ ਕਿ ਇਹ ਆਏਗਾ ਜਾਂ ਐਨ ਆਏਗਾ ਉਸ ਨਾਊਨ ਨੂੰ ਤੇ ਜੇ ਨਾਊਨ ਦੇ ਨਾਲ ਐਡਜੈਕਟਿਵ ਹੈਗਾ ਤੇ ਐਡਜੈਕਟਿਵ ਨੂੰ ਪੰਜਾਬੀ 'ਚ ਲਿਖ ਕੇ ਦੇਖੋ। ਜੇ ਉਹ ਊੜਾ ਐੜਾ ਈੜੀ ਤੋਂ ਸ਼ੁਰੂ ਹੁੰਦਾ ਫਿਰ ਐਨ ਆਏਗਾ ਨਹੀਂ ਤੇ ਇਹ ਆਏਗਾ। ਠੀਕ ਹੈ। ਹੁਣ ਇੱਕ ਹੈਗਾ ਹੀ ਇਜ਼ ਐਨ ਇੰਡੀਅਨ ਮੁਸਲਿਮ, ਉਹ ਇੱਕ ਭਾਰਤੀ ਮੁਸਲਿਮ ਹੈ। ਹੁਣ ਇੰਡੀਅਨ ਜਿਹੜਾ ਵਰਡ ਹੈ ਅਸੀਂ ਮੈਂ ਜਿਲੇ ਪੰਜਾਬੀ ਲਿਖਾਂਗਾ ਤੇ ਈੜੀ ਤੋਂ ਲਿਖਾਂ, ਈੜੀ ਨੂੰ ਸਿਹਾਰੀ ਟਿੱਪੀ ਡੱਡਾ ਹਨਾ, ਸੋ ਇਸ ਕਰਕੇ ਐਨ ਆਏਗਾ। ਹੀ ਇਜ਼ ਐਨ ਇੰਡੀਅਨ ਮੁਸਲਿਮ। ਫਿਰ ਸ਼ੀ ਰੋਟ ਆ ਲੈਟਰ। ਹੁਣ ਲੈਟਰ ਇੱਕ ਵਚਨ ਹੈਗਾ ਤੇ ਲੱਲੇ ਤੋਂ ਸ਼ੁਰੂ ਹੋ ਰਿਹਾ, ਇਹ ਆਏਗਾ। ਸ਼ੀ ਰੋਟ ਆ ਲੈਟਰ ਕੁਇਕਲੀ। ਕੁਇਕਲੀ ਮਨੇ ਕਾਲੀ ਕਾਲੀ ਚ, ਛੇਤੀ ਛੇਤੀ, ਫਟਾਫਟ। ਉਹਨੇ ਫਟਾਫਟ ਇੱਕ ਚਿੱਠੀ ਲਿਖੀ। ਹੁਣ ਇੱਕ ਚਿੱਠੀ ਲਿਖੀ, ਉਹ ਪਤਾ ਨਹੀਂ ਕਿਹੜੀ ਚਿੱਠੀ, ਇੱਕ ਚਿੱਠੀ ਲਿਖੀ। ਸ਼ੀ ਰੋਟ ਦੀ ਲੈਟਰ ਕੁਇਕਲੀ। ਹੁਣ ਇਹ ਇੱਥੇ ਲੈਟਰ ਖਾਸ ਹੋ ਗਈ, ਜਿਹਦੀ ਚਰਚਾ ਚੱਲਦੀ ਪਈ ਹੈ ਜਾਂ ਜਿਹਦਾ ਜ਼ਿਕਰ ਪਹਿਲੇ ਆਇਆ ਹੈ, ਕੋਈ ਖਾਸ ਚਿੱਠੀ ਬਾਰੇ ਗੱਲ ਹੈ। ਸੋ ਸ਼ੀ ਰੋਟ ਦੀ ਲੈਟਰ, ਉਹਨੇ ਉਹ ਚਿੱਠੀ ਜਾਂ ਉਹਨੇ ਚਿੱਠੀ ਫਟਾਫਟ ਲਿਖੀ, ਉਹਨੇ ਫਟਾਫਟ ਚਿੱਠੀ ਲਿਖੀ। ਸ਼ੀ ਰੋਟ ਅ ਲੈਟਰ, ਉਹਨੇ ਫਟਾਫਟ ਇੱਕ ਚਿੱਠੀ ਲਿਖੀ। ਠੀਕ ਹੈ। ਇੱਥੇ ਚਿੱਠੀ ਦਾ ਪਤਾ ਨਹੀਂ ਉਹ ਕਿਹੜੀ ਚਿੱਠੀ ਹੈ, ਪਰ ਇੱਕ ਚਿੱਠੀ ਲਿਖੀ। ਇੱਥੇ ਚਿੱਠੀ ਉਹ ਖਾਸ ਚਿੱਠੀ ਹੈਗੀ ਹੈ। ਸ਼ੀ ਥ੍ਰਿਊ ਹਰ ਆਰਮਸ ਅਰਾਊਂਡ ਦਾ ਬੇਬੀ। ਹੁਣ ਇਹ ਜਿਹੜਾ ਇਹਦਾ ਅਖਰੀ ਅਰਥ ਹੈ ਬਣੇਗਾ ਥ੍ਰਿਊ ਹਰ ਆਰਮਸ, ਉਹਨੇ ਆਪਣੀ ਬਾਹਾਂ ਸੁੱਟੀਆਂ। ਪਰ ਕੋਈ ਗੱਲ ਨਹੀਂ ਬਣਦੀ। ਅਸੀਂ ਪੰਜਾਬੀ 'ਚ ਇਹਨੂੰ ਕਹਿੰਦੇ ਹਾਂ ਉਹਨੇ ਉਹਨੂੰ ਕਲਾਵੇ ਵਿੱਚ ਲਿਆ। ਜਿੱਦਾਂ ਮੈਂ ਕਹਾਂ ਮਾਈ ਫਰੈਂਡ ਥ੍ਰਿਊ ਹਿਜ਼ ਆਰਮਸ ਅਰਾਊਂਡ ਮੀ, ਉਹਨੇ ਮੈਨੂੰ ਜੱਫੀ ਪਾਈ, ਮੇਰੇ ਦੋਸਤ ਨੇ ਮੈਨੂੰ ਜੱਫੀ ਪਾਈ, ਮੇਰੇ ਦੋਸਤ ਨੇ ਉਹਨੂੰ ਕਲਾਵੇ ਵਿੱਚ ਲਿਆ। ਸੋ ਸ਼ੀ ਥ੍ਰਿਊ ਹਰ ਆਰਮਸ ਅਰਾਊਂਡ ਦਾ ਬੇਬੀ, ਮਤਲਬ ਇਹ ਉਹਨੇ ਬੱਚੇ ਨੂੰ ਕਲਾਵੇ ਵਿੱਚ ਲਿਆ, ਆਪਣੀ ਬਾਹਾਂ ਵਿੱਚ ਲਿਆ। ਥ੍ਰਿਊ ਹਰ ਆਰਮਸ ਉਹਨੇ ਨਹੀਂ ਉਹਨੇ ਬੱਚੇ ਦੇ ਆਲੇ ਦੁਆਲੇ ਬਾਹਾਂ ਸੁੱਟੀਆਂ, ਇਹ ਤਾਂ ਗੱਲ ਹੀ ਨਹੀਂ ਬਣਦੀ। ਇਹ ਇੱਕ ਹਰ ਲੈਂਗੁਏਜ ਦਾ ਆਪਣਾ ਆਪਣਾ ਇੱਕ ਤਰੀਕਾ ਹੁੰਦਾ ਹੈ, ਲੈਂਗੁਏਜ ਦਾ ਇੱਕ ਲਹਿਜ਼ਾ ਹੁੰਦਾ ਹੈ। ਸੋ ਇੰਗਲਿਸ਼ ਵਿੱਚ ਕਹਿੰਦੇ ਆ ਸ਼ੀ ਥ੍ਰਿਊ ਹਰ ਆਰਮਸ ਅਰਾਊਂਡ ਦਾ ਬੇਬੀ। ਉਹਨੇ ਉਹ ਜਿਹੜਾ ਨਿਆਣਾ ਹੈ, ਖਾਸ ਨਿਆਣੇ ਦੀ ਗੱਲ ਹੈਗੀ ਹੈ ਜਿਹਦੇ ਬਾਰੇ ਜ਼ਿਕਰ ਚੱਲਦਾ ਪਿਆ ਹੈਗਾ, ਖਾਸ ਨਿਆਣੇ ਦੀ ਗੱਲ ਹੈ। ਉਹਨੇ ਨਿਆਣੇ ਨੂੰ ਆਪਣੇ ਕਲਾਵੇ ਵਿੱਚ ਲਿਆ ਤੇ ਜਾਂ ਅਸੀਂ ਕਹਿ ਸਕਦੇ ਹਾਂ ਸ਼ੀ ਥ੍ਰਿਊ ਹਰ ਆਰਮਸ ਅਰਾਊਂਡ ਹਰ ਬੇਬੀ। ਉਹਨੇ ਆਪਣੇ ਨਿਆਣੇ ਨੂੰ ਗਲੇ ਵਿੱਚ ਕਲਾਵੇ ਵਿੱਚ ਲਿਆ, ਆਪਣੇ ਬੱਚੇ ਨੂੰ ਆਪਣੀ ਗੋਦੀ 'ਚ ਲਿਆ ਜਾਂ ਆਪਣੇ ਬਾਹਾਂ ਵਿੱਚ ਲਿਆ। ਠੀਕ ਹੈ। ਸੋ ਇੱਥੇ ਹਰ ਪੋਜ਼ੈਸਿਵ ਡਿਟਰਮੀਨਰ ਹੈਗਾ ਤੇ ਦੀ ਇੱਥੇ ਆਰਟੀਕਲ ਹੈਗਾ। ਸੋ ਦੀ ਇੱਥੇ ਖਾਸ ਬੇਬੀ ਹੋ ਗਿਆ, ਜਿਹੜਾ ਬੱਚਾ ਸਾਹਮਣੇ ਹੈਗਾ, ਮਤਲਬ ਕਿਤੇ 에ਅਰਪੋਰਟ ਤੇ ਦੇਖ ਰਹੇ ਹਾਂ ਜਾਂ ਕਿਤੇ ਕੋਈ ਸੀਨ ਚੱਲਦਾ ਪਿਆ, ਕੋਈ ਵੇਰਵਾ ਹੈਗਾ ਜਾਂ ਕੋਈ ਕਹਾਣੀ ਚੱਲਦੀ ਪਈ, ਪੈਰਾਗ੍ਰਾਫ ਚੱਲਦਾ ਪਿਆ, ਉਹ ਬੱਚੇ ਦੀ ਗੱਲ ਹੈਗੀ ਹੈ ਤੇ ਉਹ ਦੀ ਆਇਆ ਇਸ ਕਰਕੇ। ਤੇ ਹਰ ਮੈਨੇ ਆਪਣਾ। ਠੀਕ ਹੈ। ਆਈ ਹੈਵ ਨੋ ਐਕਸਪੈਕਟੇਸ਼ਨਸ ਫਰੋਮ ਐਨੀ ਵਨ। ਐਕਸਪੈਕਟੇਸ਼ਨ ਹੁੰਦੀ ਹੈ ਆਸ, ਐਕਸਪੈਕਟੇਸ਼ਨਸ ਆਸਾਂ। ਸੋ ਆਈ ਹੈਵ ਨੋ ਐਕਸਪੈਕਟੇਸ਼ਨਸ ਫਰੋਮ ਐਨੀ ਵਨ, ਅਰਥਾਤ ਮੈਨੂੰ ਕਿਸੇ ਤੋਂ ਕੋਈ ਆਸ ਨਹੀਂ ਹੈ। ਜਾਂ ਫਿਰ ਆਈ ਹੈਵ few expectations from anyone, ਮੈਨੂੰ ਕਿਸੇ ਤੋਂ ਕੋਈ ਬਹੁਤੀ ਆਸ ਨਹੀਂ ਹੈ। few ਮਨੇ ਬਹੁਤੀ ਨਹੀਂ ਹੈ, ਕਿ ਨਾ ਮਾਤਰ ਹੀ ਹੈ। ਇੱਥੇ ਨਾ ਤੇ ਇੱਥੇ ਨੋ ਤੇ ਸਪਸ਼ਟ ਹੋ ਗਿਆ, ਮੈਨੂੰ ਕੋਈ ਆਸ ਨਹੀਂ ਹੈਗੀ। ਇੱਥੇ ਮੈਨੂੰ ਕੋਈ ਬਹੁਤੀ ਆਸ ਲੋਕਾਂ ਤੋਂ ਨਹੀਂ ਹੈ, ਕਿਸੇ ਤੋਂ ਨਹੀਂ ਹੈ। ਆਈ ਥਿੰਕ ਆਫ ਦੀ ਗੇਂਜਿਸ। ਗੇਂਜਿਸ ਗੰਗਾ ਨਦੀ ਦਾ ਨਾਂ ਹੈ, ਸੋ ਨਦੀਆਂ ਦੇ ਨਾਂ ਦੇ ਮੂਹਰੇ ਹਮੇਸ਼ਾ ਦੀ ਲੱਗਦਾ ਹੈ।
इस करके आर्टिकल लगा है दी जो कि डिटरमिनर भी है। आई थिंक ऑफ दी गेंजेस अर्थात मैं गंगा बारे सोचदा हाँ, मैं गंगा बारे फिक्रमंद हाँ। ਉਹਦਾ ਅਸੀਂ ਭਾਰਤੀਆਂ ਨੇ ਕੀ ਹਾਲ ਕਰ ਦਿੱਤਾ ਹੈ, ਕੀ ਬੇੜਾ ਗਰਕ ਕਰ ਦਿੱਤਾ ਹੈ, ਉਹਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ, ਗੰਦਲਾ ਕਰ ਦਿੱਤਾ ਹੈ। ਠੀਕ ਹੈ, ਸੋ ਆਈ ਥਿੰਕ ਆਫ ਦੀ ਗੇਂਜਿਸ। A list of new books has been released. A list, ਇੱਕ ਸੂਚੀ ਜਿਹਦੇ ਬਾਰੇ ਹਲੇ ਪਤਾ ਨਹੀਂ। ਕਹਿੰਦੇ ਵੀ ਖਬਰ ਆਈ ਹੈ ਵੀ ਨਵੀਆਂ ਕਿਤਾਬਾਂ ਦੀ ਇੱਕ ਸੂਚੀ ਤਿਆਰ ਕਰ ਦਿੱਤੀ ਗਈ ਹੈ, ਰਿਲੀਜ਼ ਜਾਰੀ ਕਰ ਦਿੱਤੀ ਗਈ ਹੈ। ਤੇ ਦੀ ਲਿਸਟ ਅਰਥਾਤ ਜਿਹੜੀ ਲਿਸਟ ਬਾਰੇ ਕਿਹਾ ਗਿਆ ਸੀ, ਹੁਕਮ ਸੀਗਾ, ਬੌਸ ਤੋਂ ਹੁਕਮ ਆਇਆ ਸੀ ਵੀ ਨਵੀਂ ਕਿਤਾਬਾਂ ਦੀ ਸੂਚੀ ਤਿਆਰ ਕਰੋ, ਤੇ ਫਿਰ ਅਸੀਂ ਕਹਾਂਗੇ ਦੀ ਲਿਸਟ ਆਫ ਨਿਊ ਬੁੱਕਸ ਹੈਜ਼ ਬੀਨ ਰਿਲੀਜ਼ਡ। ਨਵੀਆਂ ਕਿਤਾਬਾਂ ਦੀ ਉਹ ਸੂਚੀ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਉਹ ਰਿਲੀਜ਼ ਕਰ ਦਿੱਤੀ ਗਈ ਹੈ, ਜਾਰੀ ਕਰ ਦਿੱਤੀ ਗਈ ਹੈ। ਠੀਕ ਹੈ। He is an international grand master of chess. Chess माने शतरंज बड़ी खेड। ग्रैंड मास्टर ਜਿਹੜਾ ਬੰਦਾ ਸ਼ਤਰੰਜ ਦੇ ਮੈਚ ਜਿੱਤ ਜਾਂਦਾ ਹੈ ਉਹਨੂੰ ਫਿਰ ਇੱਕ ਅਹੁਦਾ ਮਿਲਦਾ ਹੁੰਦਾ ਹੈ ਗ੍ਰੈਂਡ ਮਾਸਟਰ ਦਾ। ਸੋ ਗ੍ਰੈਂਡ ਮਾਸਟਰ ਨਾਉਨ ਹੈਗਾ, ਇੱਕ ਵਚਨ ਹੈਗਾ, ਉਹਦਾ ਐਡਜੈਕਟਿਵ ਵਿਸ਼ੇਸ਼ਣ ਇੰਟਰਨੈਸ਼ਨਲ ਹੈਗਾ, ਤੇ ਲਈ ਇੰਟਰਨੈਸ਼ਨਲ ਨੂੰ ਪੰਜਾਬੀ ਲਿਖਾਂਗੇ ਈਡੀ ਤੋਂ ਸ਼ੁਰੂ ਹੋਏਗਾ, ਇਸ ਕਰਕੇ ਹੈਗਾ ਐਨ। ਹੀ ਇਜ਼ ਐਨ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਆਫ ਚੈਸ। ਉਹ ਸ਼ਤਰੰਜ ਦਾ ਅੰਤਰਰਾਸ਼ਟਰੀ ਉਹ ਸ਼ਤਰੰਜ ਦਾ ਇੱਕ ਅੰਤਰਰਾਸ਼ਟਰੀ ਗ੍ਰੈਂਡ ਮਾਸਟਰ ਹੈ। ਹੀ ਟੋਰ ਅਵੇ, ਟੀਅਰ ਮੈਨੇ ਫਾੜਨਾ, ਟੋਰ ਮੈਨੇ ਫਾੜਤਾ, ਅਵੇ ਟੋਰ ਅਵੇ ਦਾ ਮਤਲਬ ਹੋ ਗਿਆ ਫਾੜ ਕੇ ਸੁੱਟ ਦਿੱਤਾ, ਫਾੜ ਕੇ ਪਰੇ ਸੁੱਟ ਦਿੱਤਾ। ਹੀ ਟੋਰ ਅਵੇ ਦੀ ਰੈਜ਼ਿਗਨੇਸ਼ਨ ਲੈਟਰ, ਉਹਨੇ ਅਸਤੀਫੇ ਨੂੰ ਫਾੜ ਕੇ ਪਰੇ ਸੁੱਟ ਦਿੱਤਾ। ਦੀ ਮਤਲਬ ਜਿਹੜਾ ਉਹਦੇ ਹੱਥ ਵਿੱਚ ਸੀ ਜਾਂ ਜਿਹੜਾ ਉਹਨੂੰ ਡਾਕ ਰਾਹੀਂ ਆਇਆ ਜਾਂ ਜਿਹੜਾ ਉਹਨੂੰ ਦਿੱਤਾ ਗਿਆ, ਉਹ ਰੈਜ਼ਿਗਨੇਸ਼ਨ ਲੈਟਰ ਦੀ ਗੱਲ ਹੋ ਰਹੀ ਹੈ ਖਾਸ। ਤੇ ਜਾਂ ਫਿਰ ਹੀ ਟੋਰ ਅਵੇ ਹਿਜ਼ ਰੈਜ਼ਿਗਨੇਸ਼ਨ ਲੈਟਰ, ਮਤਲਬ ਬੌਸ ਨੂੰ ਦਿੱਤਾ ਤੇ ਬੌਸ ਨੇ ਉਹਦਾ ਅਸਤੀਫਾ ਫਾੜ ਕੇ ਪਰੇ ਸੁੱਟ ਦਿੱਤਾ। ਜਾਂ ਫਿਰ ਇਹ ਵੀ ਕਹਿ ਸਕਦੇ ਹਾਂ ਉਹਨੇ ਅਸਤੀਫਾ ਲਿਖਿਆ ਤੇ ਕੁਝ ਚਿਰਾਂ ਬਾਅਦ, ਕੁਝ ਸਮੇਂ ਬਾਅਦ ਉਹਦਾ ਮਨ ਬਦਲ ਗਿਆ। ਸੋ ਹੀ ਟੋਰ ਅਵੇ ਹਿਜ਼ ਰੈਜ਼ਿਗਨੇਸ਼ਨ ਲੈਟਰ, ਉਹਨੇ ਆਪਣਾ ਲਿਖਿਆ ਹੋਇਆ ਅਸਤੀਫਾ ਜਿਹੜਾ ਸੀ ਫਾੜ ਕੇ ਪਰੇ ਸੁੱਟ ਦਿੱਤਾ। ਸੋ ਹਿਜ਼ ਹੋ ਗਿਆ ਪੋਜ਼ੈਸਿਵ ਡਿਟਰਮੀਨਰ, ਉਹਨੇ ਆਪਣਾ ਅਸਤੀਫਾ ਫਾੜਤਾ, ਉਹਨੇ ਉਹਦਾ ਅਸਤੀਫਾ ਫਾੜਤਾ ਜਾਂ ਉਹਨੇ ਅਸਤੀਫਾ ਫਾੜਤਾ। ਦੀ ਠੀਕ ਹੈ। Singing is his passion, passion ਹੁੰਦਾ ਜਨੂਨ। Singing ਮੈਨੇ ਗਾਉਣਾ, ਗਾਉਣਾ ਉਸਦਾ ਜਨੂਨ ਹੈ। His ਜੋ ਮੁੰਡੇ ਬਾਰੇ ਗੱਲ ਕਰ ਰਹੇ ਹਾਂ, ਪੁਲਿੰਗ ਬਾਰੇ ਗੱਲ ਕਰ ਰਹੇ ਹਾਂ, ਪੁਲਿੰਗ ਆਦਮੀ ਹੈਗਾ, ਫਿਰ she singing is his passion, ਗਾਉਣਾ ਉਸਦਾ ਜਨੂਨ ਹੈ। ਤੇ ਜੋ ਕੁੜੀ ਹੈਗੀ ਹੈ, ਬੀਬੀ ਹੈਗੀ ਹੈ, ਫਿਰ singing is her passion, ਅਸੀਂ ਫਿਰ ਪੰਜਾਬੀ ਚ ਕੀ ਕਵਾਂਗੇ, ਗਾਉਣਾ ਉਸਦਾ ਜਨੂਨ ਹੈ। ਤੇ ਜਿਵੇਂ ਕਹੋ singing is my passion, ਗਾਉਣਾ ਮੇਰਾ ਜਨੂਨ ਹੈ। ਤਿੰਨੋਂ ਠੀਕ ਨੇ, ਹਿਜ਼, ਹਰ, ਮਾਈ, ਇਹ ਤਿੰਨੋਂ ਕੀ ਨੇ, ਪੋਜ਼ੈਸਿਵ ਡਿਟਰਮੀਨਰ। ਠੀਕ ਹੈ। ਦੀ ਰੋਡ ਲੀਡਸ ਟੂ ਸ਼੍ਰੀਨਗਰ, ਦੀ ਰੋਡ, ਜਿਹੜੀ ਰੋਡ ਸਾਡੇ ਇਸ ਵੇਲੇ ਗੱਲਬਾਤ ਕਰਦੇ ਵਿੱਚ ਉਹਦਾ ਜ਼ਿਕਰ ਆ ਰਿਹਾ ਜਾਂ ਲਿਖਤੀ ਵਿੱਚ ਜ਼ਿਕਰ ਆਇਆ, ਪਹਿਲੇ ਜ਼ਿਕਰ ਆ ਚੁੱਕਿਆ ਹੈ, ਖਾਸ ਸੜਕ ਦੀ ਗੱਲ ਹੋ ਰਹੀ ਹੈ, ਤੇ ਕਹਾਂਗੇ ਦੀ ਰੋਡ ਲੀਡਸ ਟੂ ਸ਼੍ਰੀਨਗਰ। ਭਾਜੀ ਇਹ ਜਿਹੜੀ ਸੜਕ ਤੁਸੀਂ ਗੱਲ ਕਰ ਰਹੇ ਹੋ, ਸੜਕ ਦੀ ਗੱਲ ਜਿਹੜੀ ਚੱਲਦੀ ਪਈ ਹੈ ਇਹ ਸ਼੍ਰੀਨਗਰ ਵਾਲੇ ਪਾਸੇ ਜਾਂਦੀ ਹੈ। ਦਿਸ ਰੋਡ ਲੀਡਸ ਟੂ ਸ਼੍ਰੀਨਗਰ, ਜਿਹੜੀ ਸੜਕ ਤੇ ਅਸੀਂ ਖੜੇ ਹਾਂ, ਜੇ ਤੇ ਸਫ਼ਰ ਕਰ ਰਹੇ ਹਾਂ, ਜੇ ਤੇ ਤੁਰਦੇ ਪਏ ਹਾਂ, ਜੇ ਤੇ ਗੱਡੀ ਚਲਾ ਰਹੇ ਹਾਂ, ਇਹ ਵਾਲੀ ਇਹ ਅਸੀਂ ਕਹਾਂਗੇ ਕਿ ਦਿਸ ਰੋਡ ਗੋਸ ਟੂ, ਜਾਂ ਮੇਰੇ ਨਾਲ ਦੀ ਸੜਕ ਹੋਰ ਮੁੜਦੀ ਪਈ ਹੈ, ਬਿਲਕੁਲ ਮੇਰੇ ਨਾਲ ਹੈਗੀ ਹੈ, ਤੇ ਮੈਂ ਕਹਾਂਗਾ ਦਿਸ ਰੋਡ ਗੋਸ ਟੂ ਲੀਡਸ ਟੂ ਸ਼੍ਰੀਨਗਰ, ਇਹ ਸੜਕ ਸ਼੍ਰੀਨਗਰ ਵਾਲੇ ਪਾਸੇ ਜਾਂਦੀ ਹੈ। ਤੇ ਦੈਟ ਰੋਡ, ਪਰੇ ਜਿਹੜੀ ਸੜਕ ਜਾ ਰਹੀ ਹੈ, ਮੈਂ ਦੇਖ ਰਿਹਾ ਉੱਥੋਂ ਦੂਰੋਂ, ਦੇਖੋ ਭਾਜੀ ਉਹ ਸੜਕ ਜਾ ਰਹੀ ਨਾ ਉਹਲੀ ਪਰੇ, ਦੈਟ ਰੋਡ ਲੀਡਸ ਟੂ ਸ਼੍ਰੀਨਗਰ। ਸੋ ਦਿਸ ਮੈਨੇ ਇਹ ਵਾਲੀ, ਦੈਟ ਮੈਨੇ ਉਹ ਵਾਲੀ। ਸੋ ਇਹਨਾਂ ਚੋਂ ਕੋਈ ਵੀ ਅਸੀਂ ਲਿਖ ਸਕਦੇ ਹਾਂ, ਦੀ, ਦਿਸ, ਦੈਟ, ਇਹ ਤਿੰਨੋਂ ਹੀ ਡਿਟਰਮੀਨਰ ਨੇ। ਅਗਲੀ ਆ ਗਈ ਐਕਸਰਸਾਈਜ਼ ਨੰਬਰ 17। ਹੁਣ ਦੇਖੋ ਇਹਦੇ ਕਿੰਨੇ ਅਸੀਂ ਬਣਾਤੇ, ਕਿੰਨੇ ਸਾਰੀ ਪੋਸੀਬਿਲਿਟੀਆਂ ਹੈਗੀਆਂ, ਤੁਸੀਂ ਕੁਝ ਵੀ ਲਿਖ ਸਕਦੇ ਹੋ। ਆਈ ਹੈਵ ਨੋ ਰਿਲੇਟਿਵਸ ਇਨ ਦਿਸ ਟਾਊਨ, ਇਸ ਨਗਰ ਵਿੱਚ ਮੇਰਾ ਕੋਈ ਵੀ ਰਿਸ਼ਤੇਦਾਰ ਨਹੀਂ ਹੈ। ਆਈ ਹੈਵ ਫਿਊ ਰਿਲੇਟਿਵਸ ਇਨ ਦਿਸ ਟਾਊਨ, ਇਸ ਨਗਰ ਵਿੱਚ ਮੇਰੇ ਮਸਾਂ ਹੀ ਕੋਈ ਰਿਸ਼ਤੇਦਾਰ ਹਨ, ਮਤਲਬ ਹਾਰਡਲੀ, ਕਈ ਇੱਕ ਦੋ ਹੋਣਗੇ, ਮਸੀਂ ਮੈਨੂੰ ਪਤਾ ਵੀ ਨਹੀਂ ਹੋਣਾ, ਪਰ ਆਈ ਹੈਵ ਫਿਊ ਰਿਲੇਟਿਵਸ in this town. I have a few relatives in town. ਇਸ ਨਗਰ ਵਿੱਚ ਮੇਰੇ ਥੋੜੇ ਜਿਹੇ ਰਿਸ਼ਤੇਦਾਰ ਹੈਗੇ ਨੇ, ਥੋੜੇ ਜਿਹੇ ਹੈਗੇ ਨੇ, ਬਹੁਤ ਜ਼ਿਆਦਾ ਨਹੀਂ ਪਰ ਥੋੜੇ। ਜਾਂ ਮੈਂ a few ਨੂੰ some ਲਿਖ ਸਕਦਾ, I have some relatives in this town, ਇਸ ਸ਼ਹਿਰ ਵਿੱਚ ਮੇਰੇ ਥੋੜੇ ਬਹੁਤ ਰਿਸ਼ਤੇਦਾਰ ਹਨ। I have many relatives in this town, ਇਸ ਸ਼ਹਿਰ ਵਿੱਚ, ਇਸ ਨਗਰ ਵਿੱਚ ਮੇਰੇ ਬਹੁਤ ਸਾਰੇ ਰਿਸ਼ਤੇਦਾਰ ਹਨ। An umbrella is a useful thing, thing ਨਾਉਨ ਹੈਗਾ, ਇੱਕ ਵਚਨ ਹੈਗਾ, ਯੂਜ਼ਫੁਲ ਇਹਦਾ ਐਡਜੈਕਟਿਵ ਹੈਗਾ, ਤੇ ਇੱਥੇ ਏ ਜਾਂ ਐਨ ਆਉਣਾ ਸੀਗਾ, ਤੇ ਇੱਥੇ ਏ ਇਸ ਕਰਕੇ ਆਏਗਾ ਕਿ ਜਿਹੜੇ ਯੂਜ਼ਫੁਲ ਨੂੰ ਮੈਂ ਪੰਜਾਬੀ ਲਿਖਾਂਗਾ ਤੇ ਯੇ ਤੋਂ ਸ਼ੁਰੂ ਹੋਏਗਾ। ਇਹ ਯੂ ਕਰਕੇ, ਯੂ ਵਾਵਲ ਹੈਗਾ, ਏ ਈ ਆਈ ਓ ਯੂ, ਹਨਾ, ਇਹਦੇ ਮੋਰੇ ਐਨ ਇਸ ਕਰਕੇ ਲੱਗ ਜਾਣਾ ਕਿ ਇਹ ਯੂ ਹੈਗਾ,
क्योंकि जिसले बोलांगे तो ये तो शुरू होंदा है। बस यह तरीका बिल्कुल पक्का है कि ਜਿਹੜਾ शब्द है ਉਹਨੂੰ ਪੰਜਾਬੀ 'ਚ ਲਿਖ ਕੇ ਦੇਖੋ, ਆਪਣੇ ਦਿਮਾਗ ਸੋਚੋ ਪੰਜਾਬੀ 'ਚ ਕਿੱਦਾਂ ਸ਼ੁਰੂ ਹੋਏਗਾ, ਤੇ ਇਹ ਤੋਂ ਸ਼ੁਰੂ ਹੁੰਦਾ ਇਹ ਹੈਗਾ। ਇਹਦੀ ਨਾਲ ਹੀ ਦੇਖੋ ਅੱਜ ਕੱਲ੍ਹ ਹੋਰ ਸਮਝ ਆ ਜਾਏਗੀ, ਇੱਥੇ ਅੰਬਰੇਲਾ ਇਹ ਵੀ ਯੂ ਤੋਂ ਸ਼ੁਰੂ ਹੁੰਦਾ ਹੈ। ਹੁਣ ਅੰਬਰੇਲਾ ਕਿੱਦਾਂ ਲਿਖਿਆ ਜਾਏਗਾ? ਐੜੇ ਤੋਂ, ਐੜਾ ਟਿੱਪੀ ਬੱਬਾ, ਹੁਣ ਐੜੇ ਤੋਂ ਸ਼ੁਰੂ ਹੁੰਦਾ, ਇੱਥੇ ਆ ਗਿਆ ਐਨ ਆ ਗਿਆ। ਦੇਖੋ ਇਹ ਅੰਬਰੇਲਾ ਯੂ ਤੋਂ ਸ਼ੁਰੂ ਹੁੰਦਾ, ਇੱਥੇ ਐਨ ਆਇਆ। ਇਹ ਯੂਜ਼ਫੁਲ ਯੂ ਤੋਂ ਸ਼ੁਰੂ ਹੁੰਦਾ, ਇੱਥੇ ਇਹ ਆਇਆ। ਕਿਉਂਕਿ ਇਹ ਯੇ ਤੋਂ ਸ਼ੁਰੂ ਹੁੰਦਾ, ਇਹ ਐੜੇ ਤੋਂ ਸ਼ੁਰੂ ਹੁੰਦਾ। ਸੋ ਐਨ ਅੰਬਰੇਲਾ ਇਜ਼ ਅ ਯੂਜ਼ਫੁਲ ਥਿੰਗ। I have got no rice, मेरे को भाजी कोई चौल नहीं है। I have got little rice, मेरे को ते मसा ही थोड़े चौल है ने, ना होया वर्गे चौल ने। I have got a little rice, मेरे को थोड़े जे चौल है ने। हुण राइस जिहड़ा है गिणिया नहीं जा सकता, तोलिया जाता है, मापिया जाता है, इस करके लिटल। जिहड़ी चीज़ गिणी जा सके उत्थे आंदा है फ्यू, आ फ्यू, द फ्यू। जिहड़ी चीज़ गिणी ना जा सके उत्थे आंदा है लिटल, अ लिटल, दी लिटल। ठीक है। सो आई हैव गॉट अ लिटल राइस, मेरे को थोड़ा जिहा राइस है, थोड़े चौल है ने। अ लिटल की जगह सम लिख सकते हैं, आई हैव गॉट सम राइस, मेरे को थोड़े चौल है ने। आई हैव गॉट अ लॉट ऑफ राइस, मेरे को बहुत सारे चौल है ने। आई हैव गॉट लॉट्स ऑफ राइस, मेरे को बहुत सारे चौल है ने। आई हैव गॉट प्लेंटी ऑफ राइस, मेरे को बहुत सारे चौल है। ठीक है, इदा भी लिख सकते हो। You can find many wild animals in Rajaji National Park. Rajaji National Park ਵਿੱਚ ਤੁਹਾਨੂੰ ਬਹੁਤ ਸਾਰੇ ਤੁਸੀਂ ਜੰਗਲੀ ਜਾਨਵਰ ਦੇਖ ਸਕਦੇ ਹੋ। ਮੈਨੀ ਦੀ ਜਗ੍ਹਾ ਆ lot of same ਮਤਲਬ ਤੁਸੀਂ ਰਾਜਾ ਜੀ ਨੈਸ਼ਨਲ ਪਾਰਕ ਵਿੱਚ ਬਹੁਤ ਸਾਰੇ ਜੰਗਲੀ ਜਾਨਵਰ ਦੇਖ ਸਕਦੇ ਹੋ। a lot of, lots of, ਇਹ ਹਟ ਜਾਏਗਾ, ਇੱਥੇ ਐਸ ਲੱਗ ਜਾਏਗਾ। lots of, plenty of ਜਾਂ several ਵੀ ਕਰ, several ਮਾਨੇ ਕਈ ਕਿਸਮ ਦੇ, ਭਾਂਤ ਦੇ। You can find several wild animals in Rajaji National Park. ਤੁਸੀਂ ਰਾਜਾ ਜੀ ਨੈਸ਼ਨਲ ਪਾਰਕ ਵਿੱਚ ਕਈ ਕਿਸਮ ਦੇ ਬਹੁਤ ਸਾਰੇ ਜੰਗਲੀ ਜਾਨਵਰ ਦੇਖ ਸਕਦੇ ਹੋ। फिर आ गया मैनी ऑफ दी रेयर बुक्स। रेयर होंदियां दुर्लभ, रेयर बुक्स दुर्लभ किताबां। दी रेयर बुक्स वो दुर्लभ किताबां जिन्हां बारे सानू पता है, जिहदी गल हो रही है भी दुर्लभ किताबां। दी रेयर बुक्स ਜਿਹੜੀਆਂ ਖਜ਼ਾਨੇ 'ਚ ਪਈਆਂ ਸੀ, ਗੋਦਾਮ 'ਚ ਪਈਆਂ ਸੀ, ਲਾਇਬ੍ਰੇਰੀ 'ਚ ਪਈਆਂ ਸੀ, ਇਸ ਕਰਕੇ ਦੀ ਉਹ ਸਾਰੀਆਂ ਦੀ ਸਾਰੀਆਂ ਜਿਹੜੇ ਕਹਿੰਦੇ हैड बीन डिस्ट्रॉयड बाय फॉरेन इन्वेडर्स। फॉरेन माने विदेशी, इन्वेडर्स माने धाड़वी। मैनी माने बहुत सारी कहना चो दुर्लभ किताबां चो। सो दुर्लभ किताबां विचों बहुत सारियां विदेशी धाड़वियां वल्लों तबाह कीतियां जा चुकियां हन। ठीक है। फिर मोस्ट ऑफ द रेयर बुक्स हैव बीन डिस्ट्रॉयड बाय फॉरेन इन्वेडर्स, अर्थात दुर्लभ किताबां विचों बहुत ज़्यादातर, इत्थे सी बहुत सारियां, इत्थे ज़्यादातर विदेशी धाड़ियों वालों तबाह कीतियां जा चुकियां हन। अ फ्यू ऑफ दी, फिर कहांगे दुर्लभ किताबां विचों कुछ किताबां, आ फ्यू मैंने कुछ किताबां विदेशी धाड़ियों वालों तबाह कर दित्तियां गईयां हन। प्लेंटी ऑफ दी रेयर बुक्स, अर्थात मैनी जगह प्लेंटी भी कर सकते हैं, मतलब कि दुर्लभ किताबां जो बहुत सारियां विदेशी धाड़ियों वालों तबाह करतियां जा चुकियां हन। ऑल ऑफ दी रेयर बुक्स, सारियां, अर्थात दुर्लभ सारियां दी सारियां किताबां, दुर्लभ किताबां सारियां दुर्लभ किताबां विदेशी धाड़ियां वालों तबाह कीतियां जा चुकियां हन। फिर कोई खास दो किताबां ने दी रेयर बुक्स, बड़ियां गोल्ड प्लेटेड कह लो, सोने की स्याही च लिखियां, बहुत मतलब कि खजाना मतलब एक पासे रखियां सीगियां, बहुत स्पैशल किताबां सीगियां, दो सीगियां। सो बोथ ऑफ दी रेयर बुक्स हैव बीन डिस्ट्रॉयड बाय, जिदा बाद चो पुछदा कहंदे वो खजाना लुटिया गया, जंग खत्म हो गई या मतलब कि हुण शांति हो गई, तो कहंदे भी अच्छा देखो की नुकसान होया, वो जिहड़ी दो किताबां सी ओहदा की बनया। तो फिर मंत्री कहंदा भी बोथ ऑफ दी रेयर बुक्स हैव बीन डिस्ट्रॉयड बाय फॉरेन इन्वेडर्स, अर्थात दोनों ही दुर्लभ किताबां विदेशी धाड़ियां वालों तबाह कीतियां जा चुकियां हन। आगे देखिए, he has lost all his money in gambling, gambling माने जुआ। ਉਹਨੇ ਆਪਣਾ ਸਾਰਾ ਪੈਸਾ ਜੂਏ ਵਿੱਚ ਗਵਾ ਲਿਆ ਹੈ, ਆਪਣਾ his। he has lost all the money in gambling, ਉਹਨੇ ਸਾਰਾ ਪੈਸਾ, ਹੁਣ ਆਪਣਾ ਸਾਰਾ ਕਿਹੜਾ ਜਿਹੜਾ ਉਹਦੇ ਕੋਲ ਪਿਆ ਸੀ ਜਾਂ ਜਿਹੜਾ ਉਹਨੂੰ ਆਪਣੇ ਜੱਦੀ ਮਿਲਿਆ ਸੀ, ਦਾਦੇ ਦਾ ਮਿਲਿਆ ਸੀ, ਪਿਓ ਦਾ ਮਿਲਿਆ ਸੀਗਾ, ਜਾਂ ਜਿਹੜਾ ਉਹਦੀ ਲੋਟਰੀ ਨਿਕਲੀ ਸੀ, ਜਾਂ ਜਿਹੜਾ ਉਹਨੇ ਕਮਾਇਆ ਸੀ, ਦੀ ਮਨੀ। he has lost all the money in gambling, ਉਹਨੇ ਸਾਰਾ ਪੈਸਾ ਜੂਏ 'ਚ ਗਵਾਤਾ ਹੈ। he has lost all his money, ਉਹਨੇ ਆਪਣਾ ਸਾਰਾ ਪੈਸਾ ਜੂਏ 'ਚ ਗਵਾਤਾ ਹੈ। I do not have any extra dress for the evening party, ਸ਼ਾਮਾਂ ਦੀ ਪਾਰਟੀ
अर्थात शामा दी महफिल लई मेरे कोल कोई होर एक्स्ट्रा वाधू पोशाक नहीं है, भी ਜਿਹੜੇ ਪਾਏ ਨੇ ਮੈਂ ਤੇ ਪਾਈ ਹੀ ਪਾ ਕੇ ਜਾਣਾ ਜਿੱਦਾਂ ਦਾ ਮੈਂ ਹੈਗਾ, ਤੇ ਮੇਰੇ ਕੋਲ ਸ਼ਾਮ ਦੀ ਮਹਿਫਿਲ ਲਈ ਕੋਈ ਐਕਸਟਰਾ पोशाक नहीं है। Everybody should respect others religions। others ਕੀ ਹੈਗਾ, ਜਿੱਦਾਂ his, her, their, my, ਹੈ others ਹੈਗਾ ਬੱਚਿਓ possessive determiner, ਤੇ others ਇਹ ਦੇਖੋ ਇਸ ਤੋਂ ਬਾਅਦ ਇਹ apostrophe others ਬਹੁਵਚਨ ਹੈ। other ਮੈਨੇ ਹੁੰਦਾ ਇੱਕ, others ਦੂਜਿਆਂ ਦਾ, ਦੂਜਿਆਂ ਦੇ ਵਿਚਾਰਾਂ ਨੂੰ ਸਾਨੂੰ ਰਿਸਪੈਕਟ ਦੇਣੀ ਚਾਹੀਦੀ, ਦੂਜਿਆਂ ਦੇ ਧਰਮ, ਦੂਜੇ ਦੇ ਵਿਸ਼ਵਾਸ। everybody should respect others religion। ਹਰ ਕਿਸੇ ਨੂੰ ਦੂਜਿਆਂ ਦੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। I purchased a new house। purchase मैंने खरीदना, purchased मैंने खरीदिया, मैं एक नवा घर खरीदिया। I purchased another new house। मैं एक होर नवा घर खरीदिया। I purchased one more new house। मैं एक होर नवा घर खरीदिया। ਹੁਣ ਦੇਖੋ ਕਿੰਨੀ ਮਜ਼ੇਦਾਰ ਗੱਲ ਹੈ, ਇੱਥੇ a, another ਤੇ one more, ਇਹ ਸਾਰੇ ਡਿਟਰਮੀਨਰ ਹੈਗੇ ਨੇ, ਠੀਕ ਹੈ। ਫਿਰ ਦੇਖੋ पेंटिंग इज माई प्रोफेशन, अर्थात पेंटिंग करना, चित्रकारी करना मेरा रोजगार है, मेरा धंधा है। पेंटिंग इज आवर प्रोफेशन। मान लो ਅਸੀਂ ਦੋ ਭਰਾ ਹੈਗੇ ਹਾਂ, ਜਾਂ ਦੋ ਦੋਸਤ ਹੈਗੇ ਹਾਂ, ਜਾਂ ਦੋ ਪਾਰਟਨਰ ਹੈਗੇ ਹਾਂ, ਦੋ ਦੀ ਗੱਲ ਹੋ ਰਹੀ ਹੈ। ਸੋ पेंटिंग इज आवर प्रोफेशन। ਇਹ पेंटिंग करना ਸਾਡਾ प्रोफेशन है, ਸਾਡਾ ਧੰਦਾ ਹੈ, ਸਾਡਾ ਰੋਜ਼ਗਾਰ ਹੈ। पेंटिंग इज हिज प्रोफेशन। मैं ਨਾਲ ਖੜੇ ਆਪਣੇ ਮੁੰਡੇ ਬਾਰੇ, ਭਤੀਜੇ ਬਾਰੇ, ਭਾਂਜੇ ਬਾਰੇ, ਦੋਸਤ ਦੇ ਮੁੰਡੇ ਬਾਰੇ, ਦੋਸਤ ਬਾਰੇ, ਕਿਸੇ ਬਾਰੇ ਕਹਿ ਰਿਹਾ, ਗੁਆਂਢੀ ਬਾਰੇ ਕਹਿ ਰਿਹਾ। पेंटिंग इज हिज प्रोफेशन, अर्थात चित्रकारी करना, पेंटिंग करना ਉਹਦਾ ਰੋਜ਼ਗਾਰ ਹੈ। ਜੇ ਉਹ ਕੁੜੀ ਹੈਗੀ ਹੈ, ਬੀਬੀ ਹੈਗੀ ਹੈ, ਫਿਰ ਮੈਂ ਕਹਾਂਗਾ पेंटिंग इज हर प्रोफेशन, ਠੀਕ ਹੈ। ਫਿਰ ਜੇ ਦੋ ਜਣੇ ਨੇ, ਦੋ ਕੁੜੀਆਂ ਨੇ, ਦੋ ਮੁੰਡੇ ਨੇ, ਇੱਕ ਮੁੰਡਾ ਇੱਕ ਕੁੜੀ ਹੈ, ਭਾਂਜਾ ਭਾਂਜੀ ਨੇ, ਭਤੀਜਾ ਭਤੀਜੀ ਨੇ, ਭੈਣ ਭਰਾ ਨੇ, पेंटिंग इज देयर प्रोफेशन। देयर ਬਹੁਵਚਨ ਹੋ ਗਿਆ। पेंटिंग ਉਹਨਾਂ ਦਾ प्रोफेशन है, चित्रकारी ਉਹਨਾਂ ਦਾ ਰੋਜ਼ਗਾਰ ਹੈ। ਹੁਣ ਦੇਖੋ ਸਾਰੇ ਕੀ ਨੇ, ਮਾਈ, ਅਵਰ, ਦਿਸ, ਹਿਜ਼, ਹਰ, देयर, ਇਹ ਹੈਗੇ ਨੇ possessive डिटरमिनर्स। बच्चों ਇਹ मैं ਤਾਂ ਕਹਿ ਰਿਹਾ ਵੀ ਇਹਨਾਂ ਤੁਹਾਨੂੰ ਗੱਲ ਪੂਰੀ ਤਰ੍ਹਾਂ ਕਲੀਅਰ ਹੋ ਜਾਏਗੀ, ਤੁਹਾਨੂੰ ਰੱਟੇ ਲਾਉਣ ਦੀ ਲੋੜ ਨਹੀਂ ਰਹਿ ਜਾਏਗੀ, ਠੀਕ ਹੈ ਨਾ। ਸੋ ਇਦਾਂ ਸਮਝ ਕੇ ਜਿਹੜੇ ਪੜ੍ਹਾਈ ਕਰਦੇ ਆ ਤੇ ਫਿਰ ਚੰਗੀ ਤਰ੍ਹਾਂ ਦਿਮਾਗ ਵਿੱਚ ਬੈਠ ਜਾਂਦੀ ਹੈ। ਆ ਗਈ ਹੁਣ ਐਕਸਰਸਾਈਜ਼ ਨੰਬਰ 18। ਓਕੇ, ਉਹ ਜੋ ਸੇਮ ਸਿਰਲੇਖ ਹੈ ਬੱਚਿਓ। ਵੇਅਰ ਸ਼ੈਲ ਆਈ ਸੈਂਡ ਦਿਸ ਪੈਕਟ। ਹੁਣ ਮੇਰੇ ਸਾਹਮਣੇ ਪੈਕਟ ਲਿਆਂਦਾ, ਇਹ ਲੱਗੋ ਇਹ ਭੇਜਣਾ, ਕਹਿੰਦਾ ਵੇਅਰ ਸ਼ੈਲ ਆਈ ਸੈਂਡ ਦਿਸ ਪੈਕਟ, ਇਹ ਪੈਕਟ ਮੈਂ ਕਿੱਥੇ ਭੇਜਾਂ, ਠੀਕ ਹੈ। ਫਿਰ ਆ ਗਿਆ ਵੇਅਰ ਸ਼ੈਲ ਆਈ ਸੈਂਡ ਦੀ ਪੈਕਟ। ਉਹ ਕਹਿੰਦੇ ਜੀ ਪੈਕਟ ਮਿਲ ਗਿਆ ਤੁਹਾਨੂੰ ਫੋਨ ਤੇ, ਕਹਿੰਦੇ ਹਾਂਜੀ ਆ ਤੇ ਗਿਆ। ਵੇਅਰ ਸ਼ੈਲ ਆਈ ਸੈਂਡ ਦਾ ਪੈਕਟ, ਉਹ ਪੈਕਟ ਤੁਸੀਂ ਭੇਜਿਆ ਸੀਗਾ, ਮੈਂ ਕਿੱਥੇ ਭੇਜਾਂ। ਵੇਅਰ ਸ਼ੈਲ ਆਈ ਸੈਂਡ ਹਿਸ ਪੈਕਟ, ਉਹਦਾ ਪੈਕਟ, ਉਹ ਗੱਲ ਕਰ ਰਹੇ ਵੀ ਉਹਦਾ ਪੈਕਟ ਆ ਗਿਆ ਸੀ ਯਾਰ, ਜਿਹੜਾ ਸਮਾਨ ਲਿਆਣਾ ਸੀ ਆ ਗਿਆ, ਹਾਂਜੀ ਆ ਗਿਆ। ਸੋ ਵੇਅਰ ਸ਼ੈਲ ਆਈ ਸੈਂਡ ਹਿਸ ਪੈਕਟ, ਜਾਂ ਵੇਅਰ ਸ਼ੈਲ ਆਈ ਸੈਂਡ ਹਰ ਪੈਕਟ, ਜੇ ਕੁੜੀ ਹੈਗੀ ਹੈ ਉਹਦਾ ਪੈਕਟ ਕਿੱਥੇ ਭੇਜਣਾ, ਸੁਨੀਤਾ ਦਾ, ਜਾਂ ਮਨਦੀਪ ਕੌਰ ਦਾ, ਜਾਂ ਜਸਲੀਨ ਕੌਰ ਦਾ, ਹਨਾ, ਜਾਂ ਰਾਧਾ ਦਾ, ਸੀਤਾ ਦਾ, ਕਿੱਥੇ ਭੇਜਣਾ। ਵੇਅਰ ਸ਼ੈਲ ਆਈ ਸੈਂਡ ਯੂਅਰ ਪੈਕਟ, ਭਾਈ ਤੁਹਾਡਾ ਪੈਕਟ ਮਿਲ ਗਿਆ, ਵੇਅਰ ਸ਼ੈਲ ਆਈ ਸੈਂਡ ਯੂਅਰ ਪੈਕਟ। ਸੋ ਇਸ ਤਰ੍ਹਾਂ ਅਸੀਂ ਇਹ ਦਿਸ, that, the, his, her, this ਤੇ ਹੋ ਜਾਏਗਾ ਆਪਣਾ ਡਿਮੋਨਸਟ੍ਰੇਟਿਵ ਹੋ ਜਾਏਗਾ ਡਿਟਰਮੀਨਰ, the ਆਰਟੀਕਲ ਹੋ ਗਿਆ, his, her, your ਇਹ ਪੋਜੈਸਿਵ ਹੋ ਗਿਆ, ਠੀਕ ਹੈ। ਸੋ ਇਸ ਤਰ੍ਹਾਂ ਅਸੀਂ ਇਹ ਸਾਰੇ ਭਰ ਸਕਦੇ ਹਾਂ। ਤੁਸੀਂ ਬਸ ਕਲਪਨਾ ਕਰਨੀ ਹੈ ਕਿ ਇਹਦਾ ਕੀ ਮਤਲਬ ਬਣਦਾ ਹੈ, ਮਤਲਬ ਤੁਹਾਨੂੰ ਬੋਲ ਕੇ ਦੱਸੀ ਜਾ ਰਿਹਾ। he sat on the seat, ਉਹ ਖਾਸ ਸੀਟ ਕਿਹੜੀ, beside the bed, beside his bed, ਉਹਦੇ ਬੈੱਡ ਦੇ ਨਾਲ ਦੀ ਸੀਟ ਤੇ ਉਹ ਬੈਠਿਆ, beside ਨਾਲ, his bed ਉਹਦੇ ਬਿਸਤਰੇ ਦੇ ਨਾਲ, ਉਹਦੇ ਮੰਜੇ ਦੇ ਨਾਲ, ਉਹਦੇ ਪਲੰਗ ਦੇ ਨਾਲ ਵਾਲੀ ਸੀਟ ਤੇ ਉਹ ਬੈਠਿਆ। ਸੁਧਾ knew a few languages, ਸੁਧਾ ਨੂੰ ਥੋੜੀਆਂ ਬੋਲੀਆਂ ਆਉਂਦੀਆਂ ਸਨ, ਕੁਝ ਬੋਲੀਆਂ ਆਉਂਦੀਆਂ ਸਨ। a few ਕੁਝ, ਜ਼ਿਆਦਾ ਨਹੀਂ, 3-4 ਕਹਿ ਲਓ, 2-3 ਕਹਿ ਲਓ, 3-4 ਬੋਲੀਆਂ ਆਉਂਦੀਆਂ ਸੀ। ਸੁਧਾ knew 5 languages। ਹੁਣ ਇੱਥੇ ਤੁਸੀਂ ਇਹ ਨਿਊਮਰਲ ਡਿਟਰਮੀਨਰ ਆ ਗਿਆ, ਤੁਸੀਂ ਇੱਥੇ ਗਿਣਤੀ ਸਪੈਸੀਫਾਈ ਕਰ ਸਕਦੇ ਹੋ, 3, 5, 7, 4। ਸੁਧਾ knew 5 languages, ਸੁਧਾ ਨੂੰ 5 ਬੋਲੀਆਂ ਆਉਂਦੀਆਂ ਸਨ। ਸੁਧਾ knew many languages, ਥੋੜੀ ਗਿਣਤੀ ਜ਼ਿਆਦਾ ਹੈ ਪਰ ਚੇਤਾ ਨਹੀਂ 11 ਸੀ ਜਾਂ 13 ਸੀ ਜਾਂ 12 ਸੀ ਜਾਂ 10 ਸੀ, ਪਰ ਬਹੁਤ ਸਾਰੀਆਂ ਸੀ। ਸੋ ਸੁਧਾ knew many languages, ਸੁਧਾ ਨੂੰ ਬਹੁਤ ਸਾਰੀਆਂ ਬੋਲੀਆਂ ਆਉਂਦੀਆਂ ਸੀ। हसन lost, हसन गवा बैठा। the little, वो थोड़ी बहुत सारी दी सारी। sympathy, हमदर्दी, the teacher had for him, अर्थात टीचर दे मन विच जेड़ी थोड़ी बहुत, the little जेड़ी थोड़ी बहुत हमदर्दी हसन प्रति सी,
ਉਹ ਵੀ ਹਸਨ ਗਵਾ ਬੈਠਾ। ਇਹ ਹਸਨ ਨੇ ਕੋਈ ਐਸੀ ਮਾੜੀ ਹਰਕਤ ਕੀਤੀ, ਪਹਿਲਾਂ ਹੀ ਉਹਦਾ ਮਤਲਬ ਕਿ ਅਕਸ ਖਰਾਬ ਸੀਗਾ, ਉਹਦਾ ਰੁਤਬਾ ਖਰਾਬ ਸੀਗਾ, ਉਹ ਬਦਨਾਮ ਸੀਗਾ, ਪਰ ਜਿਹੜੀ ਟੀਚਰ ਦੇ ਮਨ ਵਿੱਚ ਥੋੜੀ ਬਹੁਤ ਉਹਦੇ ਪ੍ਰਤੀ ਹਮਦਰਦੀ ਸੀਗੀ, ਦੀ ਲਿਟਲ ਥੋੜੀ ਬਹੁਤ ਜਿੰਨੀ ਸੀਗੀ ਸਾਰੀ ਉਹ ਗਵਾ ਬੈਠਾ। ਹਸਨ ਲੌਸਟ, ਕਿਉਂਕਿ ਸਿੰਪਥੀ ਗਿਣੀ ਨਹੀਂ ਜਾ ਸਕਦੀ, ਹਮਦਰਦੀ ਗਿਣੀ ਨਹੀਂ ਜਾਂਦੀ। ਹਮਦਰਦੀ ਥੋੜੀ ਬਹੁਤ, ਥੋੜੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ, ਘੱਟ ਹੁੰਦੀ ਹੈ, ਮਾਪੀ ਵੀ ਨਹੀਂ ਜਾ ਸਕਦੀ, ਪਰ ਅਸੀਂ ਗਿਣ ਨਹੀਂ ਸਕਦੇ, ਇਸ ਕਰਕੇ ਲਿਟਲ। ਹਸਨ ਲੌਸਟ ਦੀ ਲਿਟਲ ਸਿੰਪਥੀ, ਜਿਹੜੀ ਥੋੜੀ ਬਹੁਤ ਹਮਦਰਦੀ ਸੀਗੀ ਟੀਚਰ ਦੇ ਮਨ ਵਿੱਚ, ਉਹ ਗਵਾ ਬੈਠਾ। ਹਾਊ ਮਚ ਮਨੀ ਡਜ਼ ਹੀ ਨੀਡ, ਉਹਨੂੰ ਕਿੰਨੇ ਪੈਸੇ ਦੀ ਲੋੜ ਹੈ। ਜਦੋਂ ਬੰਦਾ ਕਹਿੰਦਾ ਨਾ ਯਾਰ ਹੀ ਨੀਡਸ ਯੂਰ ਹੈਲਪ, ਉਹਨੂੰ ਤੁਹਾਡੀ ਮਦਦ ਦੀ ਲੋੜ ਹੈ, ਕੈਨ ਯੂ ਹੈਲਪ ਹਿਮ ਵਿਦ ਸਮ ਮਨੀ, ਕਿ ਤੂੰ ਕੋਈ ਪੈਸੇ ਨਾਲ ਉਹਦਾ ਮਦਦ ਕਰ ਸਕਦਾ ਹੈ। ਸੋ ਇਹ ਸਵਾਲ ਹੋਏਗਾ ਹਾਊ ਮਚ ਮਨੀ ਡਜ਼ ਹੀ ਨੀਡ, ਉਹਨੂੰ ਕਿੰਨੇ ਕੁ ਪੈਸੇ ਦੀ ਲੋੜ ਹੈ। ਸੋ ਆਲ ਦੀ ਪੇਪਰਸ ਵਰ ਲਾਈਂਗ ਔਨ ਦੀ ਫਲੋਰ, ਸਾਰੇ ਪੇਪਰ ਫਰਸ਼ ਤੇ ਪਏ ਹੋਏ ਸੀ, ਖਿਲਰੇ ਪਏ ਸੀ। ਤੇ ਉਹ ਸਾਰੇ ਕਾਫੀ ਸਾਰੇ ਹੋ ਸਕਦੇ ਨੇ, ਕਹਿੰਦੇ ਸਾਰੇ ਪੇਪਰ ਖਿਲਰੇ ਪਏ ਸੀ। ਫਿਰ ਬੋਥ ਦੀ ਪੇਪਰਸ, ਕੋਈ ਖਾਸ ਦੋ ਪੇਪਰਾਂ ਦੀ ਗੱਲ ਹੋਣੀ ਹੈ, ਕਹਿੰਦੇ ਬੋਥ ਦਾ ਪੇਪਰਸ ਵਰ ਲਾਈਂਗ ਔਨ ਦਾ ਫਲੋਰ, ਦੋਨੋਂ ਪੇਪਰ ਜਿਹੜੇ ਸੀਗੇ ਉਹ ਫਰਸ਼ ਤੇ ਪਏ ਹੋਏ ਸੀ। देयर was hardly any effort, अर्थात ਉਹਨੇ ਕੋਈ ਯਤਨ ਨਹੀਂ ਕੀਤਾ, ਹਾਰਡਲੀ ਨਹੀਂ ਯਤਨ, ਮਸਾਂ ਹੀ ਕੋਈ ਯਤਨ ਕੀਤਾ, ਬਾਏ ਹਸਨ, ਹਸਨ ਦੁਆਰਾ, ਟੂ ਓਵਰਕਮ, ਕਾਬੂ ਕਰਨ ਵਿੱਚ, ਕੰਟਰੋਲ ਕਰਨ ਵਿੱਚ, ਕੀ ਹਿਜ਼ ਬੈਡ ਹੈਬਿਟਸ, ਆਪਣੀਆਂ ਭੈੜੀਆਂ ਆਦਤਾਂ ਨੂੰ। ਅਰਥਾਤ ਆਪਣੀਆਂ ਭੈੜੀਆਂ ਆਦਤਾਂ ਨੂੰ ਕਾਬੂ ਕਰਨ ਵਿੱਚ, ਕੰਟਰੋਲ ਵਿੱਚ ਕਰਨ ਵਿੱਚ ਹਸਨ ਵੱਲੋਂ ਮਸਾਂ ਹੀ ਕੋਈ ਯਤਨ ਕੀਤਾ ਗਿਆ। ਅਰਥਾਤ ਹਸਨ ਨੇ ਕੋਈ ਬਹੁਤਾ ਯਤਨ ਨਹੀਂ ਕੀਤਾ, ਕੋਸ਼ਿਸ਼ ਨਹੀਂ ਕੀਤੀ ਕਿ ਆਪਣੀ ਮਾੜੀਆਂ ਆਦਤਾਂ ਤੇ ਕੋਈ ਕਾਬੂ ਪਾਇਆ ਜਾਏ। ਇਹ ਦੇਖੋ ਹੁਣ, we have many things to finish before we go, ਅਰਥਾਤ ਜਾਣ ਤੋਂ ਪਹਿਲੇ ਸਾਡੇ ਲਈ ਕਰਨ ਵਾਲੇ, ਕਰਕੇ ਮੁਕਾਉਣ ਵਾਲੇ ਬੜੇ ਸਾਰੇ ਕੰਮ ਨੇ। we have many things to finish, ਅਸੀਂ ਬਹੁਤ ਸਾਰੇ ਕੰਮ ਨਜਿੱਠਣੇ ਨੇ, ਨਿਪਟਾਣੇ ਨੇ, before we go, ਇਸ ਤੋਂ ਪਹਿਲੇ ਕਿ ਅਸੀਂ ਜਾਈਏ। we have several things to finish before we go, ਅਸੀਂ ਕਰਨ ਵਾਲੇ ਬਹੁਤ ਸਾਰੇ ਕੰਮ ਨੇ। many ਬਹੁਤ ਸਾਰੇ, several ਵੀ ਕਈ ਤਰ੍ਹਾਂ ਦੇ ਕੰਮ ਨੇ ਕਰਨ ਵਾਲੇ, before we go। we have a lot of things to do, same, many, lot of, lots of, plenty of, some, ਥੋੜੇ ਜਿਹੇ। we have some things to finish before we go, ਵੀ ਜਾਣ ਤੋਂ ਪਹਿਲੇ ਸਾਡੇ ਥੋੜੇ ਜਿਹੇ ਕੰਮ ਨਿਪਟਾਉਣ ਵਾਲੇ ਨੇ। ਆਹ few ਵੀ ਲਿਖ ਸਕਦੇ ਹਾਂ, ਜਾਣ ਤੋਂ ਪਹਿਲੇ ਸਾਡੇ ਥੋੜੇ ਜਿਹੇ ਨਿਪਟਾਉਣ ਵਾਲੇ ਕੰਮ ਨੇ। we have few things to finish before, ਸਾਡੇ ਕਰਨ ਵਾਲੇ ਮਸੀਂ ਥੋੜੇ ਕੰਮ ਨੇ ਯਾਰ, ਸਾਨੂੰ ਅਸੀਂ ਵਿਹਲੇ ਹੈਗੇ ਹਾਂ, ਮਤਲਬ ਅਸੀਂ ਬਿਲਕੁਲ ਤਿਆਰ ਹਾਂ। before we go we have few things to do, we have few things to finish, ਸਾਡੇ ਕਰਨ ਵਾਲੇ ਬਸ ਇੱਕਾ ਦੁੱਕਾ ਕੰਮ ਨੇ ਮੁਕਾਉਣ ਵਾਲੇ, ਫਿਰ ਅਸੀਂ ਜਾਣ ਨੂੰ ਤਿਆਰ ਹਾਂ। before we go, ਜਾਣ ਤੋਂ ਪਹਿਲੇ ਸਾਡੇ ਕਰਨ ਵਾਲੇ ਸਿਰਫ ਮਸਾਂ ਹੀ ਕੋਈ ਕੰਮ ਹੈਗੇ ਨੇ। ਠੀਕ ਹੈ, ਅੱਗੇ ਚਲੀਏ। I had to take some responsibility, ਕਹਿੰਦਾ ਭਾਈ ਜੋ ਵੀ ਹੈ ਮੈਨੂੰ ਥੋੜੀ ਬਹੁਤੀ ਜ਼ਿੰਮੇਵਾਰੀ ਤੇ ਲੈਣੀ ਹੀ ਪੈਣੀ ਸੀ। I had to take some responsibility, ਜਾਂ I had to take a little responsibility, some little, responsibility ਵੀ ਗਿਣੀ ਨਹੀਂ ਜਾਂਦੀ, ਇਸ ਕਰਕੇ little। I had to say take some responsibility, I had to take a little responsibility, ਮੈਨੂੰ ਥੋੜੀ ਬਹੁਤ ਜ਼ਿੰਮੇਵਾਰੀ ਲੈਣੀ ਪੈਣੀ ਸੀ। ਜਿੱਦਾਂ I had to take little responsibility, ਹੁਣ ਇੱਥੇ ਮਤਲਬ ਕੁਛ ਇੱਦਾਂ ਆ ਗਿਆ, ਇੱਥੇ ਤੇ ਸੀਗਾ ਵੀ ਉਹ ਕਹਿੰਦਾ ਬਈ ਤੂੰ ਇੱਦਾਂ ਕਿਉਂ ਇੰਨੀ ਟੈਨਸ਼ਨ ਲਈ ਹੈ, ਕਿਉਂ ਇੱਦਾਂ ਘਬਰਾਇਆ ਜਾਂ ਕਿਉਂ ਇੱਦਾਂ ਕੀਤਾ, ਤੇ ਫਿਰ ਕਹਿਣਾ ਸੀਗਾ I had to take some responsibility, ਭਾਈ ਮੈਂ ਇੱਦਾਂ ਹੱਥ ਤੇ ਹੱਥ ਧਰ ਕੇ ਤੇ ਨਹੀਂ ਬਹਿ ਸਕਦਾ ਸੀ। I had to take some responsibility, ਜਾਂ I had to take a little responsibility। ਫਿਰ ਆ ਗਿਆ I had to take little responsibility, ਭਾਈ ਮੈਨੂੰ ਤੇ ਕੋਈ ਜ਼ਿੰਮੇਵਾਰੀ ਲੈਣੀ ਨਹੀਂ ਪਈ, ਮੈਨੂੰ ਮਸਾਂ ਹੀ ਥੋੜੀ ਜ਼ਿੰਮੇਵਾਰੀ ਲੈਣੀ ਪਈ। ਅਰਥਾਤ ਮੇਰੇ ਮਿੱਤਰਾਂ ਨੇ, ਸੱਜਣਾ ਨੇ ਸਾਰੇ ਕੰਮ ਮੇਰੇ ਇੱਦਾਂ ਵਧੀਆ ਸਿਰੇ ਚਾੜ ਦਿੱਤੇ ਕਿ I had to take little responsibility, ਮੈਨੂੰ ਤੇ ਕੋਈ ਜ਼ਿੰਮੇਵਾਰੀ ਜ਼ਿਆਦਾ ਲੈਣੀ ਨਹੀਂ ਪਈ। ਤੇ ਇੱਥੇ ਆ ਗਿਆ I had to take no responsibility, ਇੱਥੇ ਉੱਕਾ ਹੀ ਮੈਨੂੰ ਲੈਣੀ ਹੀ ਨਹੀਂ ਪਈ। ਮੇਰੇ ਦੋਸਤਾਂ ਮਿੱਤਰਾਂ ਨੇ ਕਿਹਾ ਭਾਜੀ ਕੋਈ ਗੱਲ ਨਹੀਂ, ਆਰਾਮ ਕਰੋ, ਤੁਸੀਂ ਲੰਮੀ ਤਾਣ ਕੇ ਸੌਂ, ਅਸੀਂ ਤੁਹਾਡੇ ਬੜੇ ਵਧੀਆ ਦੋਸਤ ਹੈਗੇ ਹਾਂ, ਦੋਸਤ ਕਦੋਂ ਕੰਮ ਕਰਨ ਆਉਂਦੇ ਨੇ, ਤੁਸੀਂ ਘਬਰਾਓ ਨਾ, ਅਸੀਂ ਤੁਹਾਡੇ ਸਾਰੇ ਕੰਮ ਸਿਰੇ ਚਾੜ ਦਾਂਗੇ। ਸੋ I had to take no responsibility, ਭਾਈ ਮੈਨੂੰ ਤੇ ਕੋਈ ਜ਼ਿੰਮੇਵਾਰੀ ਲੈਣੀ ਹੀ ਨਹੀਂ ਪਈ। ਫਿਰ ਦੇਖੋ ਆਖਰੀ ਆ ਗਿਆ ਹੁਣ, The big hall has many windows, ਇਹ ਵੱਡੇ ਹਾਲ ਵਿੱਚ ਬਹੁਤ ਸਾਰੀਆਂ ਤਾਕੀਆਂ ਹਨ, ਬਹੁਤ ਸਾਰੀਆਂ ਬਾਰੀਆਂ ਹਨ, ਬਹੁਤ ਸਾਰੀਆਂ ਖਿੜਕੀਆਂ ਹਨ। ਤੇ many ਦੀ ਜਗ੍ਹਾ a lot of ਵੀ ਪਾ ਸਕਦੇ ਹਾਂ, lots of ਵੀ ਪਾ ਸਕਦੇ ਹਾਂ, plenty of ਵੀ ਪਾ ਸਕਦੇ ਹਾਂ, ਸਾਰਿਆਂ ਦਾ ਇਹੀ ਮਤਲਬ ਹੈ। ਇਸ ਹਾਲ ਵਿੱਚ ਬੜੀਆਂ ਸਾਰੀਆਂ ਤਾਕੀਆਂ ਹਨ, ਬੜੀਆਂ ਸਾਰੀਆਂ ਬਾਰੀਆਂ ਹਨ। ਠੀਕ ਹੈ, ਫਿਰ ਗਿਣਤੀ ਵੀ ਸਪੈਸੀਫਾਈ ਕਰ ਸਕਦੇ ਹਾਂ।
The big hall has 13 windows. ਇਸ ਹਾਲ ਵਿੱਚ 13 ਤਾਕੀਆਂ ਹਨ। ਇਹ ਆ ਜਿਹੜਾ ਨਿਊਮਰਲ ਡਿਟਰਮੀਨਰ ਆ ਗਿਆ, ਨਿਊਮਰਲ। ਜਾਂ the big hall has few windows. ਵੀ ਇਹ ਵੱਡੇ ਹਾਲ ਵਿੱਚ ਬਹੁਤ ਥੋੜੀਆਂ ਨਾ ਹੋਇਆਂ ਬਰਾਬਰ ਤਾਕੀਆਂ ਹਨ। ਤੇ ਜਿਵੇਂ ਹੋਰ ਪੰਗਾ ਲੈਣਾ ਹੋਵੇ ਮੈਂ ਵੀ ਲਿਖ ਸਕਦਾ the big hall has no windows. ਇਹ ਇਸ ਵੱਡੇ ਹਾਲ ਵਿੱਚ ਇੱਕ ਵੀ ਖਿੜਕੀ ਨਹੀਂ ਹੈਗੀ ਭਾਜੀ, ਇਹ ਫੁੱਲੀ ਏਸੀ ਹੈਗਾ, ਖਿੜਕੀ ਦੀ ਲੋੜ ਹੀ ਨਹੀਂ ਪੈਂਦੀ। ਤੇ ਜੇ ਬਿਜਲੀ ਚਲੀ ਵੀ ਜਾਵੇ ਨਾ ਤੇ ਜਨਰੇਟਰ ਆਪੇ ਆਨ ਹੋ ਜਾਂਦਾ, ਬੜਾ ਤਗੜਾ ਜਨਰੇਟਰ ਲੱਗਾ ਸਾਡੇ, ਇਹ ਸਪੈਸ਼ਲ ਹਾਲ ਹੈਗਾ। ਸੋ ਅਸੀਂ ਇਹ ਵੀ ਲਿਖ ਸਕਦੇ ਹਾਂ the big hall has no windows, no। ਇਸ ਹਾਲ ਵਿੱਚ ਕੋਈ ਵੀ ਖਿੜਕੀਆਂ ਨਹੀਂ ਹੈਗੀਆਂ। ਤੇ ਤੁਸੀਂ ਉਹ ਵੀ ਲਿਖ ਸਕਦੇ ਹੋ। ਹੁਣ ਮੈਂ ਇਹ ਤੇ ਚੇਤਾ ਉਹਨਾਂ ਨੂੰ ਵੀਡੀਓ ਐਕਸਪਲੇਨ ਕਰਦੇ ਕਰਦੇ ਚੇਤਾ ਆ ਗਿਆ ਕਿ ਇੱਥੇ ਦੀ ਬਿਗ ਹਾਲ ਹੈਜ਼ ਨੋ ਵਿੰਡੋਜ਼ ਵੀ ਲਿਖ ਸਕਦੇ ਹਾਂ। ਇਸ ਹਾਲ ਵਿੱਚ ਇੱਕ ਵੀ ਖਿੜਕੀ ਨਹੀਂ ਹੈਗੀ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀਆਂ 3 ਐਕਸਰਸਾਈਜ਼ਸ 16, 17 ਅਤੇ 18। ਸੋ ਇਸੇ ਤਰ੍ਹਾਂ ਨੇਮ ਦੇ ਨਾਲ, ਉਤਸ਼ਾਹ ਦੇ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ। ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਆਪਣੇ ਕਮੈਂਟਸ ਜ਼ਰੂਰ ਦੇਵੋ ਬੱਚਿਓ, ਕਿ 11ਵੀਂ 12ਵੀਂ ਦੀਆਂ ਹਾਲੇ ਮੈਂ ਜੋ ਮੇਨ ਇੰਗਲਿਸ਼ ਦਾ ਜੋ ਲਿਟਰੇਚਰ ਹੈ ਜਾਂ ਜੋ ਤੁਹਾਡੇ ਟੈਕਸਟ ਬੁੱਕਸ ਹੈਗੀਆਂ ਨੇ, ਜਿਹਦੇ 'ਚ ਐਸੇਜ਼ ਹੁੰਦੇ ਨੇ, ਸਟੋਰੀਜ਼ ਹੁੰਦੀਆਂ ਨੇ, ਪਲੇਜ਼ ਹੁੰਦੇ ਨੇ, ਪੋਇਮਸ ਹੁੰਦੇ ਨੇ, ਉਹ ਮੈਂ ਹਾਲੇ ਸ਼ੁਰੂ ਨਹੀਂ ਕੀਤੀਆਂ। ਉਹਦੇ ਬਾਰੇ ਤੁਸੀਂ ਆਪਣੀ ਲੋੜ ਬਾਰੇ ਜ਼ਰੂਰ ਟਿੱਪਣੀ ਕਰੋ ਕਿ ਉਹ ਵੀ ਸ਼ੁਰੂ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ। ਸੋ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।